आओ ਆਪਾਂ बचन चो देखांगे कि परमेश्वर ने दीन दुनिया बनाई, जीव जंतु बनाए, सारी धरती आसमान पूरी कायनात परमेश्वर ने बनाई। ਤਾਂ ਐਂਡ ਵਿੱਚ ਅਖੀਰ ਵਿੱਚ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਰੂਪ ਉੱਤੇ ਬਣਾਇਆ, ਕਿਉਂਕਿ ਬਚਨ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਕਿਹਾ ਕਿ ਆਓ ਆਪਾਂ ਆਦਮੀ ਨੂੰ ਆਪਣੇ ਰੂਪ ਉੱਤੇ ਬਣਾਈਏ। ਤਾਂ ਪਰਮੇਸ਼ਰ ਨੇ ਇਨਸਾਨ ਨੂੰ ਆਪਣੇ ਰੂਪ ਉੱਤੇ ਬਣਾਇਆ ਔਰ ਉਸ ਦੇ ਵਾਸਤੇ ਹਰ ਇੱਕ ਚੀਜ਼ ਦਾ ਇੰਤਜ਼ਾਮ ਕੀਤਾ ਔਰ ਨਾਲ ਨਾਲ ਹੀ ਉਸ ਵਾਸਤੇ ਇਸ ਜ਼ਮੀਨ 'ਤੇ ਰਹਿਣ ਦਾ ਔਰ ਇਸ ਅਸਮਾਨ ਦੇ ਥੱਲੇ ਜ਼ਮੀਨ ਦੇ ਉੱਤੇ ਅਸਮਾਨ ਦੇ ਥੱਲੇ ਰਹਿਣ ਦੇ ਨਿਯਮ ਹੀ ਬਣਾਏ ਕਿ ਇਨਸਾਨ ਇਸ ਧਰਤੀ 'ਤੇ ਖਾਵੇ ਪੀਵੇ ਅਤੇ ਐਸ਼ ਕਰੇ ਅਤੇ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਔਰ ਵਡਾਈ ਦੇਵੇ। ਤਾਂ ਉਹਦੇ ਕਾਨੂੰਨਾਂ ਦੇ ਵਿੱਚ ਚੱਲੇ, ਉਹਦੇ ਨਿਯਮਾਂ ਦੇ ਵਿੱਚ ਚੱਲੇ। ਪਰ ਮੇਰੇ ਜੀਜੋ, ਇਨਸਾਨ ਜਿਸ ਨੂੰ ਪਰਮੇਸ਼ਰ ਨੇ ਆਪਣੇ ਰੂਪ 'ਤੇ ਬਣਾਇਆ ਸੀ ਉਹ ਚੇਂਜ ਹੋ ਗਿਆ, ਬਦਲ ਗਿਆ। ਕਿਉਂਕਿ ਇਨਸਾਨ ਜਿਹਨੇ ਜਦੋਂ ਦੇਖਿਆ ਕਿ ਮੇਰੇ ਕੋਲ ਤਾਂ ਬਹੁਤ ਕੁਛ ਆ ਗਿਆ, ਮੈਂ ਬਹੁਤ ਕੁਛ ਕਰ ਸਕਦਾ, ਮੈਂ ਤਾਂ ਅੱਜ ਰੱਬ ਵੀ ਬਣ ਸਕਦਾ, ਤਾਂ ਇਨਸਾਨ ਸੱਚਮੁੱਚ ਮੇਰੇ ਜੀਜੋ ਚੇਂਜ ਹੋ ਗਿਆ, ਬਦਲ ਗਿਆ ਔਰ ਪਰਮੇਸ਼ਰ ਦੇ ਯੋਗ ਕੰਮ ਨਹੀਂ ਕਰ ਸਕਿਆ, ਪਰਮੇਸ਼ਰ ਦੇ ਯੋਗ ਵਡਾਈ ਨਹੀਂ ਦਿੱਤੀ, ਪਰਮੇਸ਼ਰ ਦੇ ਨਿਯਮ ਤੋੜ ਦਿੱਤੇ ਤੇ ਅੱਜ ਇਨਸਾਨ ਪਰਮੇਸ਼ਰ ਤੋਂ ਦੂਰ ਹੋ ਗਿਆ। ਅੱਜ ਬਹੁਤ ਸਾਰੇ ਪਾਸਟਰ ਲੋਕ, ਬਹੁਤ ਸਾਰੇ ਪਰਮੇਸ਼ਰ ਦਾਸ ਲੋਕਾਂ ਨੂੰ ਦੱਸ ਰਹੇ ਆ, ਲੋਕਾਂ ਨੂੰ ਸਮਝਾ ਰਹੇ ਆ ਪਰਮੇਸ਼ਰ ਦੇ ਰਾਹ, ਪਰ ਲੋਕ ਸੁਣਦੇ ਨਹੀਂ। ਪਰਮੇਸ਼ਰ ਨੇ ਡਿਊਟੀ ਲਾਈ ਆਪਣੇ ਦਾਸਾਂ ਦੀ, ਆਪਣੇ ਬੱਚਿਆਂ ਦੀ, ਕਿ ਉਹ ਲੋਕਾਂ ਨੂੰ ਉਹਦੇ ਗੁਨਾਹ ਦੱਸਣ। ਹੁਣ ਨਹੀਂ, ਪਹਿਲੇ ਸਮੇਂ ਤੋਂ ਹੀ ਪਰਮੇਸ਼ਰ ਦੇ ਦਾਸ ਲੋਕਾਂ ਨੂੰ ਉਹਦੇ ਗੁਨਾਹ ਤੋਂ ਜਾਣੂ ਕਰਵਾਉਂਦੇ ਆਏ ਆ। ਪਰ ਲੋਕ ਸੱਚਮੁੱਚ ਮੇਰੇ ਜੀਜੋ ਅੱਜ ਦੇ ਲੋਕ ਸੁਣਨ ਨੂੰ ਤਿਆਰ ਨਹੀਂਗੇ। ਤਾਂ ਹੀ ਸਾਡਾ ਪਰਮੇਸ਼ਰ ਅੱਜ ਗੁੱਸੇ ਦੇ ਵਿੱਚ ਆ। ਬਾਣੀ ਵਿੱਚ ਲਿਖਿਆ ਕਹਿੰਦਾ ਮੈਂ ਧੀਰਜੀ ਆ, ਪਰਮੇਸ਼ਰ ਆ। ਉਹਨੂੰ ਦੁੱਖ ਵੀ ਆ ਸਾਡਾ, ਉਹ ਧੀਰਜ ਨਾਲ, ਧੀਰਜ ਵੀ ਹੈ, ਉਹਦੇ ਅੰਦਰ ਧੀਰਜ ਆ। ਪਰ ਸਾਡੇ ਪਾਪ ਹੀ ਇੰਨੇ ਵੱਧ ਗਏ, ਕਿ ਸਾਡਾ ਪਰਮੇਸ਼ਰ ਅੱਜ ਸੱਚਮੁੱਚ ਆਪਣਾ ਧੀਰਜ ਵੀ ਖੋ ਚੁੱਕਾ ਮੇਰੇ ਜੀਜੋ। ਕਿਉਂਕਿ ਇਸ ਤਰ੍ਹਾਂ ਦੀਆਂ ਲਾ ਇਲਾਜ ਬਿਮਾਰੀਆਂ ਅੱਜ ਇਨਸਾਨ ਦੇ ਉੱਤੇ ਆਈਆਂ। ਇਹ ਸਾਡੀ ਗਲਤੀ, ਇਹ ਸਾਡੀਆਂ ਗਲਤੀਆਂ ਦੀ ਸਜ਼ਾ ਪਰਮੇਸ਼ਰ ਸਾਨੂੰ ਦੇ ਰਿਹਾ। ਸਾਨੂੰ ਚਾਹੀਦਾ ਕਿ ਅਸੀਂ ਪਰਮੇਸ਼ਰ ਦੇ ਨਿਯਮਾਂ ਨੂੰ ਜਾਣੀਏ, ਨਿਯਮਾਂ ਨੂੰ ਸਿੱਖੀਏ। ਉਹਦੇ ਨਿਆਂ ਸਾਡੇ ਵਾਸਤੇ ਕੀ ਆ, ਪਰਮੇਸ਼ਰ ਸਾਡੇ ਤੋਂ ਕੀ ਚਾਹੁੰਦਾ। ਸਭ ਤੋਂ ਪਹਿਲਾਂ ਪਰਮੇਸ਼ਰ ਨੇ ਇਨਸਾਨ ਨੂੰ ਆਪਣੇ ਰੂਪ ਉੱਤੇ ਬਣਾਇਆ। ਹੋਰ ਕੋਈ ਜਾਨਵਰ, ਕੋਈ ਜੀਵ ਜੰਤੂ, ਕੋਈ ਪੇੜ ਪੌਦੇ ਉਸਨੇ ਆਪਣੇ ਰੂਪ 'ਤੇ ਨਹੀਂ ਬਣਾਏ। ਪਰ ਮੇਰੇ ਜੀਜੋ, ਇਨਸਾਨ ਪਹਿਲਾਂ ਇਨਸਾਨ ਹੀ ਇਹੋ ਜਿਹਾ ਜਾਨਵਰ ਬਣ ਗਿਆ ਕਿ ਉਹਨੇ ਉਹਦੇ ਨਿਆਂ ਤੋੜ ਦਿੱਤੇ। ਅੱਜ ਹਰ ਜਾਨਵਰ, ਅਸਮਾਨ ਤੋਂ ਲੈ ਕੇ ਜ਼ਮੀਨ ਦੇ ਥੱਲੇ ਜਿੰਨੇ ਵੀ ਜਾਨਵਰ, ਸਾਰੇ ਪਰਮੇਸ਼ਰ ਦੇ ਹੁਕਮਾਂ 'ਤੇ ਚੱਲਦੇ, ਉਹਦੇ ਕਾਨੂੰਨਾਂ ਦੇ ਵਿੱਚ ਚੱਲ ਰਿਹਾ। ਪਰ ਆਦਮੀ ਉਸਦੇ ਕਾਨੂੰਨ ਤੋੜਦੇ। ਪੂਰੀ ਕਾਇਨਾਤ ਚੂਰ, ਇੱਥੋਂ ਤੱਕ ਕਿ ਚੰਦ ਔਰ ਸੂਰਜ ਜਿਸ ਤਰ੍ਹਾਂ ਪਰਮੇਸ਼ਰ ਠਹਿਰਾਏ ਉਸੇ ਤਰ੍ਹਾਂ ਹੀ ਕੰਮ ਕਰ ਰਿਹਾ। ਪਰ ਆਦਮੀ ਪਰਮੇਸ਼ਰ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦਾ ਮੇਰੇ ਜੀਜੋ। ਇਸ ਲਈ ਪਰਮੇਸ਼ਰ ਗੁੱਸੇ ਆ। ਅੱਜ ਦੁਨੀਆ 'ਤੇ ਜਿੰਨੀਆਂ ਹਕੂਮਤਾਂ, ਜਿੰਨੀਆਂ ਸਰਕਾਰਾਂ, ਗੌਰਮੈਂਟਾਂ, ਇਹ ਸਭ ਪਰਮੇਸ਼ਰ ਦੀ ਬਣਾਉਣ। ਇਹ ਗੌਰਮੈਂਟਾਂ ਜੋ ਹਕੂਮਤਾਂ, ਇਹਨਾਂ ਨੇ ਹੀ ਦੁਨੀਆ 'ਤੇ ਰਾਜ ਕਰਨਾ, ਇਹਨਾਂ ਨੇ ਹੀ ਨਿਯਮ ਲੋਕਾਂ ਨੂੰ ਦੱਸਣੇ, ਲੋਕਾਂ ਨੂੰ ਸਿਖਾਉਣੇ। ਪਰ ਨਹੀਂ, ਅੱਜ ਦੀਆਂ ਜੋ ਗੌਰਮੈਂਟਾਂ, ਜੋ ਸਰਕਾਰਾਂ ਵੀ ਆ,
ਉਰੋਂ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ, ਲੋਕਾਂ ਨੂੰ ਗੁੰਮਰਾਹ ਕਰਕੇ ਝੂਠੇ ਨਿਆਂ ਦੱਸਦੀਆਂ ਪਈਆਂ, ਝੂਠੇ ਨਿਆਵਾਂ 'ਚ ਫਸਾ ਕੇ ਅੱਜ ਦੌਰ ਚੱਲ ਰਿਹਾ ਸਭ ਤੋਂ ਵੱਡਾ ਪੈਸਾ ਕਮਾਉਣ ਦਾ। ਮੇਰੇ ਜੀਜੋ, ਲੋਕ ਅੱਜ ਪੈਸਾ ਕਮਾਉਣ ਦੇ ਚੱਕਰ 'ਚ ਇੰਨੇ ਫਸ ਗਏ ਕਿ ਉਹ ਭੁੱਲ ਗਏ, ਉਸ ਪਰਮੇਸ਼ਰ ਨੂੰ ਭੁੱਲ ਗਏ, ਪਰਮੇਸ਼ਰ ਤੋਂ ਦੂਰ ਹੋ ਗਏ। ਪਰ ਉਹ ਮਹਾਨ ਪਰਮੇਸ਼ਰ, ਜ਼ਿੰਦਾ ਪਰਮੇਸ਼ਰ, ਉਹ ਕਹਿੰਦਾ ਜੇ ਤੂੰ ਨਾ ਮੁੜਿਆ ਤਾਂ ਮੈਂ ਤੈਨੂੰ ਕਾਹਨਾ ਮੋੜੂੰਗਾ, ਫਿਰ ਲਾਠੀ ਨਾਲ ਮੋੜੂੰਗਾ। ਅੱਜ ਉਹਦੀ ਲਾਠੀ ਇਨਸਾਨ ਤੇ ਪੈ ਰਹੀ ਆ। ਪਰ ਅੱਜ ਮੌਕਾ ਸਾਡੇ ਕੋਲ, ਅਸੀਂ ਅੱਜ ਵੀ ਸਮਝ ਜਾਈਏ। ਜੇ ਅਸੀਂ ਅੱਜ ਨਾ ਸਮਝੇ ਤਾਂ ਮੇਰੇ ਜੀਜੋ ਸਾਡਾ ਕੋਈ ਬਚਣ ਦਾ ਕੰਮ ਨਹੀਂ ਕੋਈ ਵੀ, ਕਿਉਂਕਿ ਅੱਜ ਸਾਡੇ ਕੋਲ ਟਾਈਮ ਆ, ਅਸੀਂ ਸਮਝ ਸਕਦੇ ਹਾਂ, ਅਸੀਂ ਮਾਫੀ ਮੰਗ ਸਕਦੇ ਹਾਂ ਉਸ ਪਰਮੇਸ਼ਰ ਕੋਲੋਂ। ਲਓ ਆਪਾਂ ਥੋੜ੍ਹਾ ਬਹੁਤ ਬਾਣੀ ਚੋਂ ਹੀ ਪੜ੍ਹਾਂਗੇ। ਆਪਾਂ ਪੜ੍ਹਾਂਗੇ ਰੋਮੀਆਂ ਦੀ ਪੱਤਰੀ, ਉਹਦਾ 13 ਬਾਬ ਅਤੇ ਉਹਦੀ ਪਹਿਲੀ ਐਤ ਤੋਂ ਪੜ੍ਹਾਂਗੇ। ਇਸ ਦੇ ਵਿੱਚ ਲਿਖਿਆ ਕਿ ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ, ਕਿਉਂਕਿ ਅਜਿਹੀ ਕੋਈ ਵੀ ਹਕੂਮਤ ਨਹੀਂ ਜਿਹੜੀ ਪਰਮੇਸ਼ਰ ਦੀ ਵੱਲੋਂ ਨਾ ਹੋਵੇ, ਅਤੇ ਜਿੰਨੀਆਂ ਹਕੂਮਤਾਂ ਹਨ ਉਹ ਪਰਮੇਸ਼ਰ ਦੀਆਂ ਠਹਿਰਾਈਆਂ ਹੋਈਆਂ ਹਨ। ਇਸ ਲਈ ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ਰ ਦਾ ਇੰਤਜ਼ਾਮ ਦਾ ਸਾਹਮਣਾ ਕਰਦਾ ਹੈ, ਅਤੇ ਜਿਹੜਾ ਸਾਹਮਣਾ ਕਰਦਾ ਹੈ ਉਹ ਦੰਡ ਭੋਗਣੋਂ ਨਾ ਰਹੇਗਾ, ਉਹ ਦੰਡ ਭੋਗੇਗਾ। ਬਾਣੀ ਦੇ ਵਿੱਚ ਲਿਖਿਆ ਕਿ ਸਾਰੀਆਂ ਹਕੂਮਤਾਂ ਪਰਮੇਸ਼ਰ ਦੀ ਵੱਲੋਂ ਹੈ, ਕੋਈ ਵੀ ਹਕੂਮਤ ਪਰਮੇਸ਼ਰ ਤੋਂ ਬਿਨਾਂ ਨਹੀਂ ਹੈ ਮੇਰੇ ਜੀਜੋ। ਜਦ ਕੋਈ ਹਕੂਮਤ ਪਰਮੇਸ਼ਰ ਤੋਂ ਬਿਨਾਂ ਨਹੀਂ ਹੈ, ਫਿਰ ਹਕੂਮਤਾਂ ਪਰਮੇਸ਼ਰ ਦੇ ਜੋ ਕੰਮ ਕਿਉਂ ਨਹੀਂ ਕਰ ਰਹੀਆਂ? ਅੱਜ ਹਕੂਮਤਾਂ ਲੋਕਾਂ ਨੂੰ ਗੁੰਮਰਾਹ ਕਰਦੀਆਂ, ਭੁਲਾਵੇ ਵਿੱਚ ਪਾ ਰਹੀਆਂ। ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੋਕਾਂ 'ਤੇ ਆ ਰਹੀਆਂ, ਤਰ੍ਹਾਂ ਤਰ੍ਹਾਂ ਦੇ ਬਹੁਤ ਭਿਆਨਕ ਬਿਮਾਰੀਆਂ ਲੋਕਾਂ ਉੱਤੇ ਅੱਜ ਆ ਰਹੀਆਂ। ਅੱਜ ਕਰੋਨਾ ਦੀ ਬਿਮਾਰੀ, ਉਹਦੀ ਦੂਜੀ ਲਹਿਰ ਆਈ, ਹੁਣ ਤੀਜੀ ਲਹਿਰ ਚੱਲ ਰਹੀ ਹੈ ਓਮਿਕਰੋਨ ਦੀ ਬਿਮਾਰੀ, ਜਿਸ ਦੇ ਨਾਲ ਬਹੁਤ ਸਾਰੇ ਲੋਕ ਅੱਜ ਪੂਰੀ ਦੁਨੀਆ ਦੇ ਵਿੱਚ ਪੀੜਤ ਆ। ਮੇਰੇ ਜੀਜੋ, ਇਹ ਬਿਮਾਰੀ ਪਰਮੇਸ਼ਰ ਦੀ ਨਾਰਾਜ਼ਗੀ, ਪਰਮੇਸ਼ਰ ਦਾ ਗੁੱਸਾ ਸਾਡੇ ਵਾਸਤੇ। ਪਰਮੇਸ਼ਰ ਨੇ ਸਿੱਧਾ ਸਾਡੇ ਆ ਕੇ ਡੰਗ ਨਹੀਂ ਮਾਰਨੀ। ਪਰਮੇਸ਼ਰ ਨੇ ਇਸੇ ਤਰ੍ਹਾਂ ਹੀ ਬਾਈਬਲ ਦੇ ਵਿੱਚ ਪੁਰਾਣੇ ਨੇਮ ਪੜ੍ਹ ਕੇ ਦੇਖ ਲਓ। ਇਸਰਾਏਲੀਆਂ ਨੂੰ ਵੀ ਪਰਮੇਸ਼ਰ ਉਹਨਾਂ ਦੀ ਬਿਮਾਰੀਆਂ ਅਤੇ ਉਹਨਾਂ ਦੇ ਵਬਾ ਲੈ ਕੇ ਆਉਂਦਾ ਸੀ। ਜਦੋਂ ਨਹੀਂ ਮੁੜਦੇ ਸੀ ਤਾਂ ਫਿਰ ਉਹ ਤੌਬਾ ਕਰਦੇ ਸੀ। ਅੱਜ ਸਾਨੂੰ ਵੀ ਤੌਬਾ ਕਰਨ ਦੀ ਲੋੜ ਆ, ਸਾਨੂੰ ਵੀ ਤੌਬਾ ਕਰਨ ਦੀ ਲੋੜ ਆ। ਅਸੀਂ ਵੀ ਤੌਬਾ ਕਰੀਏ, ਅਸੀਂ ਵੀ ਤੌਬਾ ਕਰੀਏ। ਪਰਮੇਸ਼ਰ ਸਾਡੇ ਦੇ ਵਿੱਚ ਦਇਆ ਕਰੇ, ਸਾਨੂੰ ਇਹਨਾਂ ਨਾਮੁਰਾਦ ਬਿਮਾਰੀਆਂ ਤੋਂ ਬਚਾਵੇ। ਇਹਨਾਂ ਨਾਮੁਰਾਦ ਬਿਮਾਰੀਆਂ ਤੋਂ ਪਰਮੇਸ਼ਰ ਸਾਨੂੰ ਬਚਾਵੇ। ਸਾਨੂੰ ਆਪਣੇ ਸਾਰੇ ਗੁਨਾਹ ਛੱਡ ਕੇ ਉਸ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਉਸ ਕੋਲ ਮਾਫੀ ਮੰਗਣੀ ਚਾਹੀਦੀ ਆ ਕਿ ਪਰਮੇਸ਼ਰ, ਜੋ ਗੁਨਾਹ ਅਸੀਂ ਜਾਣੇ ਵਿੱਚ ਕੀਤੇ ਉਹ ਸਾਨੂੰ ਮਾਫ ਕਰ ਦੇ। ਕਿਉਂਕਿ ਪਰਮੇਸ਼ਰ ਨੇ ਬਾਣੀ ਵਿੱਚ ਸਾਡੇ ਨਾਲ ਵਾਅਦਾ ਕੀਤਾ ਕਿ ਤੁਸੀਂ ਮਾਫੀ ਮੰਗੋਗੇ, ਤੁਹਾਡੇ ਜਾਣੇ ਅਣਜਾਣੇ ਗੁਨਾਹ ਮਾਫ ਕੀਤੇ ਜਾਣਗੇ, ਉਹ ਸਾਨੂੰ ਮਾਫ ਕਰੇਗਾ। ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਉਸ ਪਰਮੇਸ਼ਰ ਤੋਂ ਮਾਫੀ ਮੰਗੀਏ। ਅੱਗੇ ਆਪਾਂ ਹੋਰ ਦੇਖਾਂਗੇ ਬਾਣੀ ਵਿੱਚੋਂ। ਪਹਿਲਾ ਕਰੰਥੀਆ ਉਹਦੀ 3 ਬਾਬ 16 ਤੋਂ ਆਪਾਂ ਪੜਾਂਗੇ। ਕਹਿੰਦਾ, ਕੀ ਤੁਸੀਂ ਨਹੀਂ ਜਾਣਦੇ ਹੋ ਜੋ ਤੁਸੀਂ ਪਰਮੇਸ਼ਰ ਦੀ ਹੈਕਲ ਹੋ
ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਰ ਦਾ ਨਾਸ਼ ਕਰੇਗਾ, ਕਿਉਂ ਜੋ ਪਰਮੇਸ਼ਰ ਦੀ ਹੈਕਲ ਪਵਿੱਤਰ ਹੈ ਅਤੇ ਇਹੋ ਤੁਸੀਂ ਹੋ। ਮੇਰੇ ਜੀਜੋ, ਪਰਮੇਸ਼ਰ ਸਾਡੇ ਨਾਲ ਨਾਰਾਜ਼ ਆ, ਗੁੱਸੇ ਆ। ਕਿਉਂ ਕਰਕੇ? ਕਿਉਂ ਜੋ ਅਸੀਂ ਉਹਦੀ ਹੈਕਲ ਦਾ, ਉਹਦੇ ਮੰਦਰ ਦਾ ਨਾਸ਼ ਕਰ ਰਹੇ ਹਾਂ। ਅੱਜ ਹਰ ਕੋਈ ਇਨਸਾਨ ਇਹ ਕਹੇਗਾ ਕਿ ਅਸੀਂ ਕੀ ਨੁਕਸਾਨ ਕਰ ਰਹੇ ਹਾਂ। ਮੇਰੇ ਜੀਜੋ, ਇਨਸਾਨ ਦਾ ਦਿਲ ਪਰਮੇਸ਼ਰ ਦਾ ਮੰਦਰ ਹੈ। ਇਨਸਾਨ ਦਾ ਦਿਲ ਪਰਮੇਸ਼ਰ ਦਾ ਮੰਦਰ ਹੈ, ਕਿਉਂਕਿ ਪਰਮੇਸ਼ਰ ਇਨਸਾਨ ਦੇ ਦਿਲ ਵਿੱਚ ਵਸਦਾ ਹੈ। ਅਸੀਂ ਉਹਦਾ ਕਿਸ ਤਰ੍ਹਾਂ ਨਾਸ਼ ਕਰ ਰਹੇ ਹਾਂ? ਅਸੀਂ ਸਾਡੇ ਵਿੱਚ ਬੈਰ, ਵਿਰੋਧ, ਈਰਖਾ, ਝਗੜੇ, ਨਸ਼ੇ ਪੱਤੇ, ਬਦਮਸਤੀਆਂ, ਲੁੱਟਾਂ ਖੋਹਾਂ, ਇਹ ਸਾਡੇ ਦਿਲ ਦੇ ਵਿੱਚੋਂ ਨਿਕਲ ਕੇ ਆਉਂਦੀਆਂ। ਮੇਰੇ ਜੀਜੋ, ਇਹ ਉਸ ਦਿਲ ਦੇ ਨਾਲ ਹੀ ਅਸੀਂ ਕਰ ਰਹੇ ਹਾਂ। ਪੂਰੀ ਦੁਨੀਆ, ਇਕੱਲੇ ਆਪਾਂ ਨਹੀਂ ਕਰ ਰਹੇ, ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਹੈ। ਇਸ ਕਰਕੇ ਸਾਡਾ ਪਰਮੇਸ਼ਰ ਸਾਡੇ ਨਾਲ ਨਾਰਾਜ਼ ਆ, ਕਿਉਂਕਿ ਉਸ ਸਾਡੇ ਦਿਲ ਦੇ ਵਿੱਚ ਰਹਿਣਾ ਚਾਹੁੰਦਾ। ਉਹ ਸਾਡੇ ਦਿਲ ਦੇ ਵਿੱਚ ਰਹਿਣਾ ਚਾਹੁੰਦਾ, ਕਿਉਂਕਿ ਸਾਡਾ ਦਿਲ ਇੱਕ ਮੰਦਰ ਹੈ। ਸਾਡਾ ਦਿਲ ਕੀ ਆ? ਮੰਦਰ। ਅਸੀਂ ਇਸ ਦਿਲ ਨੂੰ ਮੰਦਰ ਬਣਾਉਣਾ, ਇਹਦੇ ਵਿੱਚੋਂ ਗੰਦਗੀ ਨੂੰ ਬਾਹਰ ਕੱਢਣਾ। ਜਿੱਥੇ ਗੰਦਗੀ ਹੋਊਗੀ, ਕੀ ਤੁਹਾਡੇ ਘਰ ਦੇ ਵਿੱਚ ਅੱਜ ਗੰਦਗੀ ਹੋਵੇ ਤਾਂ ਤੁਸੀਂ ਉਸ ਘਰ ਵਿੱਚ ਰਹਿ ਸਕੋਗੇ? ਨਹੀਂ ਹੈ ਨਾ। ਜਦ ਤੁਸੀਂ ਨਹੀਂ ਰਹਿ ਸਕਦੇ ਤੇ ਉਹ ਮਹਾਨ ਪਰਮੇਸ਼ਰ ਜਿਹਨੇ ਸਾਨੂੰ ਬਣਾਇਆ ਤੇ ਉਹ ਉਸ ਗੰਦੇ ਥਾਂ ਵਿੱਚ ਰਹਿ ਸਕਦਾ? ਨਹੀਂ ਰਹਿ ਸਕਦਾ। ਇਸ ਕਰਕੇ ਅਸੀਂ ਆਪਣੇ ਦਿਲਾਂ ਨੂੰ ਸਾਫ਼ ਕਰਨਾ, ਦਿਲਾਂ ਵਿੱਚੋਂ ਸਾਰੀਆਂ ਬਿਮਾਰੀਆਂ ਕੱਢਣੀਆਂ। ਬੈਰ, ਵਿਰੋਧ, ਈਰਖਾ, ਲਾਲਚ, ਝਗੜੇ, ਇਹ ਸਾਰਾ ਅਸੀਂ ਦਿਲਾਂ 'ਚੋਂ ਕੱਢਣਾ ਆ। ਅੱਜ ਤਾਂ ਹੀ ਅਸੀਂ ਬਿਮਾਰੀਆਂ ਵਿੱਚ ਫਸੇ ਹੋਏ ਹਾਂ, ਕਿਉਂਕਿ ਅਸੀਂ ਇਹ ਚੀਜ਼ਾਂ ਆਪਣੇ ਦਿਲ ਦੇ ਵਿੱਚ ਲੈ ਕੇ ਬੈਠੇ ਹਾਂ ਔਰ ਲਾਲਚ ਦੇ ਵਿੱਚ ਫਸੇ ਹਾਂ, ਪੈਸਾ ਕਮਾਉਣ ਦੇ ਲਾਲਚ ਵਿੱਚ। ਮੇਰੇ ਜੀਜੋ, ਪੈਸਾ ਸਾਨੂੰ ਜ਼ਿੰਦਗੀ ਨਹੀਂ ਦੇ ਸਕਦਾ। ਅਗਰ ਪੈਸਾ ਸਾਨੂੰ ਜ਼ਿੰਦਗੀ ਦੇ ਸਕਦਾ ਹੁੰਦਾ ਤਾਂ ਪਿੱਛੇ ਹੁਣ ਵੀ ਇਸ ਬਿਮਾਰੀ ਤੋਂ ਸਾਨੂੰ ਬਚਾ ਸਕਦਾ ਸੀ ਪੈਸਾ। ਔਰ ਤੁਸੀਂ ਦੇਖਿਆ ਕਿ ਲੋਕਾਂ ਨੇ ਆਪਣੀਆਂ ਮਾਂ-ਬਾਪ ਦੀਆਂ ਲਾਸ਼ਾਂ ਲੈਣ ਤੱਕ ਵੀ, ਦੇਖਣ ਤੱਕ ਨਹੀਂ ਗਏ। ਉਹਨਾਂ ਨੂੰ ਵੀ ਹਸਪੀਟਲ ਦੇ ਕਰਿੰਦਿਆਂ ਨੇ ਹੀ ਦਫਨਾਇਆ, ਜਾਂ ਜੋ ਵੀ ਕੀਤਾ ਉਹਨਾਂ ਨੇ ਕੀਤਾ। ਇਸ ਕਰਕੇ ਇਹ ਯੁੱਗ ਪੈਸੇ ਦਾ, ਦੁਨੀਆ ਪੈਸੇ ਦੇ ਪਿੱਛੇ ਭੱਜਦੀ ਆ, ਲੇਕਿਨ ਪੈਸਾ ਤੁਹਾਨੂੰ ਜ਼ਿੰਦਗੀ ਨਹੀਂ ਦੇ ਸਕਦਾ। ਜ਼ਿੰਦਗੀ ਤੁਹਾਨੂੰ ਯਿਸੂ ਮਸੀਹ ਹੀ ਦੇ ਸਕਦਾ ਹੈ। ਇਹ ਬਾਣੀ ਬਿਆਨ ਕਰਦੀ ਹੈ। ਬਾਣੀ ਵਿੱਚ ਲਿਖਿਆ, ਜ਼ਿੰਦਗੀ ਮਸੀਹ ਦੇ ਕੋਲ ਆ, ਹੋਰ ਕਿਤੋਂ ਨਹੀਂ ਮਿਲਣੀ ਬੰਦਿਆ ਇਹ ਚੀਜ਼ ਅਨਮੋਲ, ਜ਼ਿੰਦਗੀ ਯਿਸੂ ਮਸੀਹ ਦੇ ਕੋਲ। ਮੇਰੇ ਜੀਜੋ, ਜ਼ਿੰਦਗੀ ਯਿਸੂ ਮਸੀਹ ਦੇ ਕੋਲ ਹੀ ਮਿਲਣੀ ਹੈ। ਯਿਸੂ ਹੀ ਤਾਂ ਸਾਨੂੰ ਜ਼ਿੰਦਗੀ ਦੇ ਸਕਦਾ। ਇਸ ਲਈ ਸਾਨੂੰ ਆਪਣੇ ਪਾਪਾਂ ਤੋਂ ਤੌਬਾ ਕਰਨੀ ਪਊਗੀ, ਆਪਣੇ ਪਾਪਾਂ ਦੀ ਮਾਫੀ ਮੰਗਣੀ ਪਊਗੀ, ਤਾਂ ਹੀ ਸਾਡਾ ਪਰਮੇਸ਼ਰ ਸਾਨੂੰ ਬਚਾ ਸਕਦਾ। ਅੱਜ ਵੀ ਸਾਡਾ ਪਰਮੇਸ਼ਰ ਖੜਕਾ ਰਿਹਾ, ਉਹ ਖੜਕਾ ਰਿਹਾ ਦਰਵਾਜ਼ਾ ਸਾਡੇ ਘਰ ਦਾ, ਸਾਡੇ ਦਿਲ ਦੇ ਬੂਹੇ 'ਤੇ ਖੜਾ ਆ। ਉਹ ਕਹਿੰਦਾ, ਮੈਂ ਤੇਰੇ ਦਿਲ ਦੇ ਵਿੱਚ ਆ ਸਕਦਾ, ਤੇਰੇ ਦਿਲ ਦੇ ਵਿੱਚ ਰਹਿਣਾ ਚਾਹੁੰਦਾ। ਪਰ ਪਹਿਲਾਂ ਆਪਣੇ ਦਿਲ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਬਾਹਰ ਕੱਢਾਂਗੇ ਤਾਂ ਮੇਰੇ ਜੀਜੋ, ਉਹ ਮਹਾਨ ਪਰਮੇਸ਼ਰ ਸਾਡੇ ਦਿਲ ਦੇ ਵਿੱਚ ਵਾਸ ਕਰੇਗਾ। ਜਦੋਂ ਸਾਡੇ ਦਿਲ ਦੇ ਵਿੱਚ ਪਰਮੇਸ਼ਰ ਆ ਗਿਆ ਤਾਂ ਸਾਡੀਆਂ ਬੁਰੀਆਂ ਆਦਤਾਂ ਆਟੋਮੈਟਿਕ ਛੁੱਟ ਜਾਣਗੀਆਂ। ਸਾਡੇ ਸਾਰੇ ਕਾਰੋਬਾਰ ਸਹੀ ਹੋ ਜਾਣਗੇ। ਸਾਡਾ ਚਾਲ ਚੱਲਣ ਸਹੀ ਹੋ ਜਾਏਗਾ। ਸਾਡਾ ਆਪਣੇ ਘਰਾਂ ਵਿੱਚ, ਆਪਣੇ ਭਾਈਆਂ ਭਰਾਵਾਂ ਵਿੱਚ, ਆਪਣੇ ਲੋਕਾਂ ਵਿੱਚ ਮੇਲ ਬੜਾ ਵਧੀਆ ਬਣੂਗਾ। ਤਾਂ ਸੱਚਮੁੱਚ ਮੇਰੇ ਜੀਜੋ, ਸਾਡੀ ਜ਼ਿੰਦਗੀ, ਜੋ ਸਾਡੀ ਲਾਈਫ ਇੱਕ ਸਿੱਧੀ ਲਾਈਨ 'ਤੇ ਆ ਜਾਵੇਗੀ, ਜੋ ਪਰਮੇਸ਼ਰ ਨੂੰ ਪਸੰਦ ਆ। ਤਾਂ ਉਹ ਜਦੋਂ ਤੋਂ ਅਸੀਂ ਪਰਮੇਸ਼ਰ ਦੇ ਪੁੱਤਰ, ਧੀਆਂ ਪੁੱਤਰ ਬਣ ਗਏ, ਤਾਂ ਮੇਰੇ ਜੀਜੋ, ਸਾਨੂੰ ਕਿਸੇ ਗੱਲ ਦੀ ਵੀ ਘਾਟ ਨਹੀਂ ਹੋਵੇਗੀ। ਕਿਉਂਕਿ ਬਚਨ ਦੇ ਵਿੱਚ ਲਿਖਿਆ ਕਿ ਸ਼ੇਰ ਬੱਚਿਆਂ ਤੋਂ ਭੁੱਖ ਲੱਗ ਸਕਦੀ ਆ, ਪਰ ਮੇਰੇ ਬੱਚਿਆਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਊਗੀ। ਕਹਿੰਦਾ, ਮੈਂ ਆਪਣੇ ਬੱਚਿਆਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦੇਵਾਂਗਾ। ਪਰ ਅਸੀਂ ਪਹਿਲਾਂ ਉਹਦੇ ਪੁੱਤਰ ਧੀਆਂ ਬਣ ਕੇ ਦੇਖੀਏ ਮੇਰੇ ਜੀਜੋ, ਉਹਦੇ ਧੀਆਂ ਪੁੱਤਰ ਬਣੋ, ਤਾਂ ਉਹ ਉਸਦੇ ਕੋਲੋਂ
ਉਹ ਸੱਚੀਆਂ ਬਰਕਤਾਂ ਜੋ ਸਾਡੇ ਵਾਸਤੇ ਲੈ ਕੇ ਬੈਠਾ, ਉਹ ਸ਼ਿਫਾਵਾਂ, ਇਹਨਾਂ ਬਿਮਾਰੀਆਂ ਤੋਂ ਬਚਣ ਦੀਆਂ ਸ਼ਿਫਾਵਾਂ ਜੋ ਲੈ ਕੇ ਬੈਠਾ ਸਾਡੇ ਵਾਸਤੇ, ਉਹ ਤੋਂ ਆਪਾਂ ਹਾਸਲ ਕਰੀਏ, ਤਾਂ ਕਿ ਜਦੋਂ ਸਾਡੇ ਕੋਲ ਪਰਮੇਸ਼ਰ ਦਾ ਵਚਨ ਸਾਡੀ ਜ਼ਿੰਦਗੀ ਵਿੱਚ ਆ ਗਿਆ ਤਾਂ ਮੇਰੇ ਜੀਜੋ ਸਾਡੀ ਜ਼ਿੰਦਗੀ ਚੇਂਜ ਹੋ ਜਾਣੀ ਆ। ਕੋਈ ਬਿਮਾਰੀ ਸਾਡੇ 'ਤੇ ਅਟੈਕ ਨਹੀਂ ਕਰ ਸਕਦੀ, ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਸਾਡੇ 'ਤੇ, ਕੋਈ ਸ਼ੈਤਾਨੀ ਤਾਕਤ ਸਾਡੇ ਅਟੈਕ ਨਹੀਂ ਕਰ ਸਕਦੀ, ਕਿਉਂਕਿ ਪਰਮੇਸ਼ਰ ਦਾ ਸਾਡੇ ਨਾਲ ਵਾਅਦਾ ਆ। ਪਰਮੇਸ਼ਰ ਨੇ ਸਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਪਰਮੇਸ਼ਰ ਨੇ ਬਾਣੀ ਵਿੱਚ ਕਿਹਾ ਹੋਇਆ ਕਿ ਤੂੰ ਪਹਿਲਾਂ ਮੇਰੇ ਧਰਮ ਤੇ ਰਾਜ ਦੀ ਖੋਜ ਕਰ। ਇਹ ਦੁਨੀਆ ਦੀਆਂ ਚੀਜ਼ਾਂ ਜਿਹਨੂੰ ਤੂੰ ਲੱਭਦਾ ਫਿਰਦਾ, ਇਹ ਤੇਰੇ ਪਿੱਛੇ ਵਕਤ ਤੈਨੂੰ ਭਾਲਣਗੀਆਂ। ਮੇਰੇ ਜੀਜੋ ਸਾਨੂੰ ਬਚਨ ਦੀ ਭਾਲ ਕਰਨੀ ਚਾਹੀਦੀ ਹੈ, ਪੈਸੇ ਦੀ ਨਹੀਂ। ਪੈਸਾ ਆਪਣੇ ਆਪ ਲੱਭਦਾ ਸਾਨੂੰ ਸਾਡੇ ਪਿੱਛੇ ਆਏਗਾ। ਇਹ ਪਰਮੇਸ਼ਰ ਦਾ ਸਾਡੇ ਨਾਲ ਵਾਅਦਾ ਆ। ਬਾਣੀ ਵਿੱਚ ਪਰਮੇਸ਼ਰ ਨੇ ਸਾਨੂੰ ਕਿਹਾ ਕਿ ਇਹ ਚੀਜ਼ਾਂ ਜਿਹਨੂੰ ਤੁਸੀਂ ਲੱਭਦੇ ਹੋ ਤੁਹਾਨੂੰ ਲੱਭਦੀਆਂ ਫਿਰਨਗੀਆਂ। ਉਸ ਤੋਂ ਪਹਿਲਾਂ ਸਾਨੂੰ ਪਰਮੇਸ਼ਰ ਦੀ ਭਾਲ ਕਰਨੀ ਬਹੁਤ ਜ਼ਰੂਰੀ ਆ। ਹਾਲੇਲੂਇਆ। ਆਪਾਂ ਹੋਰ ਬਾਣੀ ਵਿੱਚ ਪੜਾਂਗੇ। ਇੱਥੇ ਵੀ ਪਰਮੇਸ਼ਰ ਨੇ ਉਹੋ ਹੀ ਵਚਨ ਆਪਾਂ ਪਹਿਲਾਂ ਪੜਿਆ। ਦੇਖੋ ਪਰਮੇਸ਼ਰ ਅੱਗੇ ਬਾਣੀ ਵਿੱਚ ਕੀ ਪਰਮੇਸ਼ਰ ਦੀ ਬਾਣੀ ਕੀ ਬਿਆਨ ਕਰ ਰਹੀ ਆ। ਪਹਿਲਾ ਗ੍ਰੰਥੀਆ 6 ਬਾਬ ਉਹਦੀ 19 ਆਇਤ ਵਿੱਚ ਲਿਖਿਆ, ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਹਾਡੀ ਦੇਹੀ ਅੰਦਰ, ਤੁਹਾਡੇ ਸਰੀਰ, ਤੁਸੀਂ ਇਹ ਨਹੀਂ ਜਾਣਦੇ ਕਿ ਤੁਹਾਡੇ ਅੰਦਰ ਤੁਹਾਡੀ ਦੇਹ ਜੋ ਹੈ ਤੁਹਾਡੇ ਪਿਤਰ ਆਤਮਾ ਦੀ ਹੈਕਲ ਹੈ, ਪਿਤਰ ਆਤਮਾ ਦਾ ਮੰਦਰ ਹੈ, ਜਿਹੜੀ ਤੁਹਾਨੂੰ ਪਰਮੇਸ਼ਰ ਦੀ ਵੱਲੋਂ ਮਿਲੀ ਹੈ, ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਨੇ ਆਦਮੀ ਦਾ ਜੋ ਅੰਦਰ ਦਾ ਦਿਲ, ਸਾਡੀ ਦੇਹ ਪਰਮੇਸ਼ਰ ਨੇ ਆਪ ਦੇ ਰੂਪ ਉੱਤੇ ਬਣਾਈ ਸੀ, ਤੇ ਪਰਮੇਸ਼ਰ ਨੇ ਆਪ ਸਾਡੇ ਵਿੱਚ ਆਪਣਾ ਸਾਹ ਪਾਇਆ ਸੀ। ਜਦੋਂ ਉਹਨੇ ਸਾਡੇ ਬੋਡੀ ਵਿੱਚ, ਸਾਡੇ ਸਰੀਰ ਦੇ ਵਿੱਚ ਆਪਣਾ ਸਾਹ ਪਾਇਆ, ਤਾਂ ਇਹ ਜੋ ਸਾਡਾ ਸਰੀਰ ਆ ਇਹ ਉਹਦਾ ਮੰਦਰ ਬਣ ਗਿਆ, ਪਰਮੇਸ਼ਰ ਦਾ ਮੰਦਰ ਆ। ਮੇਰੇ ਜੀਜੋ ਪਵਿੱਤਰ ਆਤਮਾ ਦਾ ਮੰਦਰ ਆ। ਅੱਜ ਦੌਰ ਜੋ ਚੱਲ ਰਿਹਾ ਪਵਿੱਤਰ ਆਤਮਾ ਦੌਰ ਆ, ਕਿਉਂਕਿ ਪਰਮੇਸ਼ਰ ਨੇ ਜਦੋਂ ਯਿਸੂ ਮਸੀਹ ਜਾ ਰਹੇ ਸੀ ਅਸਮਾਨ 'ਤੇ ਉਠਾਏ ਗਏ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ, ਮੈਂ ਤਾਂ ਜਾਂਦਾ ਹਾਂ, ਪਰ ਮੈਂ ਤੁਹਾਡੇ ਲਈ ਇੱਕ ਦੂਜਾ ਸਹਾਇਕ ਘੱਲਾਂਗਾ ਜੋ ਤੁਹਾਡੇ ਅੰਗ ਸੰਗ ਰਹੇਗਾ, ਜੋ ਤੁਹਾਨੂੰ ਸਿਖਾਵੇਗਾ ਕਿ ਤੁਸੀਂ ਕੀ ਕਰਨਾ ਹੈ। ਹੁਣ ਜੋ ਯੁੱਗ ਚੱਲ ਰਿਹਾ ਪਵਿੱਤਰ ਆਤਮਾ ਯੁੱਗ ਆ, ਹੋਲੀ ਸਪਿਰਿਟ ਦਾ ਯੁੱਗ ਆ। ਅੱਜ ਹੋਲੀ ਸਪਿਰਿਟ ਹੀ ਸਾਡੇ ਨਾਲ ਚੱਲਦਾ। ਹੋਲੀ ਸਪਿਰਿਟ ਲੋਕਾਂ ਨੂੰ ਗਾਈਡ ਕਰਦਾ। ਪਾਸਟਰ ਲੋਕਾਂ ਨੂੰ ਗਾਈਡ ਕਰ ਰਿਹਾ, ਦੱਸ ਰਿਹਾ ਕਿ ਕਿਸ ਤਰ੍ਹਾਂ ਤੁਸੀਂ ਚੱਲਣਾ, ਕਿਸ ਤਰ੍ਹਾਂ ਤੁਸੀਂ ਦੂਜੇ ਲੋਕਾਂ ਨੂੰ ਸਮਝਾਉਣਾ। ਅੱਜ ਹੋਲੀ ਸਪਿਰਿਟ ਦਾ ਯੁੱਗ ਹੈ। ਉਹੀ ਹੋਲੀ ਸਪਿਰਿਟ ਦੇ ਦੁਆਰਾ ਹੀ ਪਰਮੇਸ਼ਰ ਸਾਡੇ ਨਾਲ ਅੱਜ ਗੱਲਬਾਤ ਕਰਦਾ। ਮੇਰੇ ਜੀਜੋ ਅੱਜ ਸਾਡੇ ਕੋਲ ਟਾਈਮ ਆ ਕਿ ਪਰਮੇਸ਼ਰ ਸਾਡਾ ਨਾਰਾਜ਼ ਆ ਸਾਡੇ ਤੋਂ। ਸਾਡਾ ਫਰਜ਼ ਆ ਕਿ ਅਸੀਂ ਉਸ ਪਰਮੇਸ਼ਰ ਨੂੰ ਉਹਦੀ ਨਾਰਾਜ਼ਗੀ ਤੋਂ ਦੂਰ ਉਹਦੀ ਕਰੀਏ, ਆਪਣੇ ਪਾਪਾਂ ਦਾ ਰਾਹ ਛੱਡ ਕੇ। ਅੱਜ ਆਦਮੀ ਨੂੰ ਖਾਣ ਨੂੰ ਫਿਰਨ ਲਿਆ। ਹਰ ਕੋਈ ਪੈਸਾ ਕਮਾਉਣ ਦੇ ਚੱਕਰ 'ਚ ਇੰਨਾ ਫਸ ਗਿਆ, ਕੋਈ ਇਹ ਵੀ ਨਹੀਂ ਦੇਖ ਰਿਹਾ ਕਿ ਚਾਹੇ ਕਿਸੇ ਇਨਸਾਨ ਦੀ ਜ਼ਿੰਦਗੀ ਖਰਾਬ ਹੁੰਦੀ ਹੋ ਜਾਵੇ, ਜ਼ਿੰਦਗੀਆਂ ਜਾਂਦੀਆਂ ਚਲੇ ਜਾਣ, ਪਰ ਮੈਨੂੰ ਪੈਸਾ ਮਿਲਣਾ ਚਾਹੀਦਾ। ਮੇਰੇ ਜੀਜੋ ਪੈਸਾ ਸਾਨੂੰ ਬਚਾ ਨਹੀਂ ਸਕਦਾ। ਪੈਸਾ ਹੀ ਸਾਡੇ ਲਈ ਸਭ ਕੁਝ ਨਹੀਂ ਹੈ। ਸਾਨੂੰ ਸੱਚੀ ਜ਼ਿੰਦਗੀ ਚਾਹੀਦੀ ਪਰਮੇਸ਼ਰ ਦੇ ਵੱਲੋਂ, ਸੱਚੀ ਸ਼ਾਂਤੀ। ਅੱਜ ਬੇਸ਼ੱਕ ਤੁਹਾਡੇ ਘਰਾਂ 'ਚ ਪੈਸਾ, ਅੱਜ ਬੇਸ਼ੱਕ ਤੁਹਾਡੇ ਕੋਲ ਬਹੁਤ ਪੈਸਾ, ਪਰ ਸੱਚੀ ਸ਼ਾਂਤੀ, ਸਕੂਨ ਨਹੀਂ ਹੈ। ਮੇਰੇ ਜੀਜੋ ਅੱਜ ਹੀ ਤੁਸੀਂ ਆਪਣੇ ਆਪ ਨੂੰ ਉਸ ਪਰਮੇਸ਼ਰ ਦੇ ਅਧੀਨ ਕਰ ਦਿਓ। ਅੱਜ ਹੀ ਉਹ ਕੋ ਮਾਫੀ ਮੰਗ ਲਓ। ਅੱਜ ਹੀ ਤੁਸੀਂ ਘੁਟਨੇ ਟੇਕ ਕੇ ਉਹਦੇ ਅੱਗੇ ਬੈਠ ਜਾਓ। ਤਾਂ ਮੇਰੇ ਜੀਜੋ ਮੈਂ ਵਾਅਦਾ ਕਰਦਾ
ਕਿ 100% ਮੇਰਾ ਪਰਮੇਸ਼ਰ ਅੱਜ ਹੀ ਤੁਹਾਨੂੰ ਸ਼ਾਂਤੀ ਦੇਗਾ। ਤੁਸੀਂ ਮਹਿਸੂਸ ਕਰੋਗੇ ਕਿ ਉਹ ਸ਼ਾਂਤੀ ਦਾ ਮਸੀਹਾ ਹੈ, ਉਹ ਸ਼ਾਂਤੀ ਦੇਣ ਵਾਲਾ ਪਰਮੇਸ਼ਰ ਹੈ। ਮੈਂ ਦੁਆ ਕਰੂੰਗਾ ਤੁਹਾਡੇ ਸਾਰਿਆਂ ਵਾਸਤੇ, ਪ੍ਰਾਰਥਨਾ ਕਰਦਾ ਕਿ ਪਰਮੇਸ਼ਰ ਅੱਜ ਹੀ ਸਾਡੇ ਪਾਪਾਂ ਨੂੰ ਮਾਫ ਕਰਕੇ, ਔਰ ਸਾਡਾ ਫਰਜ਼ ਹੈ ਅਸੀਂ ਆਪਣੇ ਪਾਪਾਂ ਤੋਂ ਮਾਫੀ ਮੰਗ ਕੇ ਔਰ ਉਹਨਾਂ ਵਾਅਦਾ ਕਰੀਏ ਅੱਗੇ ਤੋਂ ਅਸੀਂ ਪਾਪ ਨਹੀਂ ਕਰਾਂਗੇ, ਤਾਂ ਸਾਡਾ ਪਰਮੇਸ਼ਰ ਮੇਰੇ ਜੀਜੋ ਜ਼ਰੂਰ ਸਾਨੂੰ ਮਾਫ ਕਰੂਗਾ, ਅਵਸ਼ ਮਾਫ ਕਰੂਗਾ ਔਰ ਸਾਡੇ ਤੇ ਦਇਆ ਕਿਰਪਾ ਕਰੂਗਾ ਔਰ ਸਾਨੂੰ ਇਹਨਾਂ ਦੁੱਖਾਂ ਬਿਮਾਰੀਆਂ ਤੋਂ ਆਜ਼ਾਦ ਕਰੂਗਾ। ਆਓ ਮੈਂ ਤੁਹਾਡੇ ਸਾਰਿਆਂ ਵਾਸਤੇ ਪ੍ਰਾਰਥਨਾ ਕਰੂੰਗਾ। ਹਾਲੇਲੂਇਆ, ਹਾਲੇਲੂਇਆ। ਮਹਾਨ ਪਰਮੇਸ਼ਰ, ਜਗਤ ਪਿਤਾ ਪ੍ਰਭੂ ਯਿਸੂ ਨਾਸਰੀ, ਮੈਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ, ਤੁਹਾਡੀ ਬੜਾਈ, ਤੁਹਾਡੀ ਮਹਿਮਾ ਕਰਦਾ। ਰਾਜੋਂ ਕੇ ਰਾਜਾ, ਤੁਸੀਂ ਸੱਚੇ ਜਿੰਦੇ ਪਰਮੇਸ਼ਰ ਹੋ ਪ੍ਰਭੂ ਜੀ। ਮੈਂ ਦੁਆ ਕਰਦਾ ਪ੍ਰਭੂ, ਜਿੰਨੇ ਲੋਕ ਤੁਹਾਡੀ ਹਜ਼ੂਰੀ 'ਚ ਅੱਜ ਆਪਣੇ ਪਾਪਾਂ ਦੀ ਤੌਬਾ ਕਰ ਰਹੇ ਪ੍ਰਭੂ ਜੀ, ਆਪਣੇ ਪਾਪਾਂ ਨੂੰ ਮੰਨ ਰਹੇ ਆ ਔਰ ਮੰਨ ਕੇ ਅੱਗੇ ਤੋਂ ਨਾ ਪਾਪ ਕਰਨ ਦੀ ਤੁਹਾਡੇ ਨਾਲ ਪ੍ਰਣ ਕਰ ਰਿਹਾ ਪ੍ਰਭੂ ਜੀ, ਉਹਨਾਂ ਲੋਕਾਂ ਨੂੰ ਮਾਫ ਕਰ ਦੇ, ਮਾਫ ਕਰ ਦਿਓ, ਮਾਫ ਕਰ ਦਿਓ, ਮਾਫ ਕਰ ਦਿਓ ਪ੍ਰਭੂ, ਕਿਉਂਕਿ ਤੁਸੀਂ ਗੁੱਸੇ ਵਿੱਚ ਵੀ ਧੀਰਜੀ ਹੋ। ਤੁਹਾਡੇ ਵਚਨ ਵਿੱਚ ਲਿਖਿਆ ਤੁਸੀਂ ਗੁੱਸੇ ਵਿੱਚ ਧੀਰਜੀ ਪਰਮੇਸ਼ਰ ਹੋ ਪ੍ਰਭੂ ਜੀ। ਉਹਨਾਂ ਲੋਕਾਂ ਨੂੰ ਮਾਫ ਕਰ ਪ੍ਰਭੂ, ਉਹ ਲੋਕ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਪ੍ਰਭੂ ਜੀ। ਉਹਨਾਂ ਨੂੰ ਮਾਫ ਕਰ, ਮਾਫ ਕਰ, ਅੱਜ ਹੀ ਉਹਨਾਂ 'ਤੇ ਕਿਰਪਾ ਕਰ, ਰਹਿਮ ਕਰ। ਸੱਚੇ ਜਿੰਦੇ ਪਰਮੇਸ਼ਰ, ਤੂੰ ਰਾਜੋਂ ਦਾ ਰਾਜਾ, ਤੂੰ ਡਾਕਟਰਾਂ ਦਾ ਡਾਕਟਰ, ਵੈਦਾਂ ਦਾ ਵੈਦ, ਹਕੀਮਾਂ ਦਾ ਹਕੀਮ ਹੈ ਪ੍ਰਭੂ। ਅੱਜ ਵੀ ਉਹਨਾਂ ਲੋਕਾਂ ਨੂੰ ਬਿਮਾਰੀਆਂ ਤੋਂ ਆਜ਼ਾਦ ਕਰ ਦੇ ਪ੍ਰਭੂ, ਆਜ਼ਾਦ ਕਰ ਦੇ, ਸ਼ਿਫਾ ਦੇ ਉਹਨੂੰ, ਸ਼ਿਫਾ, ਕਾਮਲ ਸ਼ਿਫਾ, ਕਿਉਂਕਿ ਸ਼ਿਫਾ ਤੁਹਾਡੇ ਕੋਲ ਹੈ ਪ੍ਰਭੂ, ਸ਼ਿਫਾ ਤੁਹਾਡੇ ਕੋਲ ਹੈ ਪ੍ਰਭੂ। ਔਰ ਰਾਜੋ ਫਿਰ ਰਾਜਾ ਦਇਆ ਕਰ, ਦਇਆ ਕਰ, ਦਇਆ ਕਰ, ਦਇਆ ਕਰ। ਮੈਂ ਦੁਆ ਕਰਦਾ ਤੁਹਾਡਾ ਛੋਟਾ ਜਿਹਾ ਦਾਸ ਹੋਣ ਦੇ ਨਾਤੇ ਮੈਂ ਇਹਨਾਂ ਲੋਕਾਂ ਵਾਸਤੇ, ਤੁਹਾਡੇ ਬੱਚਿਆਂ ਵਾਸਤੇ ਪ੍ਰਾਰਥਨਾ ਕਰਦਾ ਪ੍ਰਭੂ, ਮਾਫ ਕਰ ਦੇ ਇਹਨਾਂ ਨੂੰ ਔਰ ਆਉਣ ਵਾਲਾ ਸਮਾਂ ਇਹਨਾਂ ਦੀ ਜ਼ਿੰਦਗੀਆਂ ਵਿੱਚ ਖੁਸ਼ੀਆਂ ਭਰਿਆ ਹੋਵੇ, ਰੋਗਾਂ ਤੋਂ ਰਹਿਤ ਹੋਵੇ ਪ੍ਰਭੂ, ਹਰ ਬਿਮਾਰੀ, ਕਮਜ਼ੋਰੀ, ਪਰੇਸ਼ਾਨੀ ਦੂਰ ਹੋਈ ਹੋਵੇ ਇਹਨਾਂ ਦੀ ਪ੍ਰਭੂ ਜੀ। ਆਪਣੇ ਬੱਚਿਆਂ ਦੀ ਦਇਆ ਦੀ ਕਿਰਪਾ ਕਰ, ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਪਿਆਰ ਭਰ, ਤਾਂ ਕਿ ਆਪਣੇ ਆਪ ਨੂੰ, ਆਪਣੇ ਗੁਆਂਢੀਆਂ ਨੂੰ, ਆਂਢ ਗੁਆਂਢ ਦੇ ਲੋਕਾਂ ਨੂੰ ਪਿਆਰ ਕਰਨ ਵਾਲੇ ਬਣ ਸਕਣ ਔਰ ਦੂਜੇ ਲੋਕਾਂ ਨੂੰ ਦੱਸਣ ਵਾਲੇ ਹੋਣ ਕਿ ਸੱਚਮੁੱਚ ਮਸੀਹ ਯਿਸੂ ਦੇ ਵਿੱਚ ਹੀ ਜ਼ਿੰਦਗੀ ਹੈ, ਯਿਸੂ ਦੇ ਵਿੱਚ ਹੀ ਪਾਵਰ ਹੈ, ਯਿਸੂ ਦੇ ਵਿੱਚ ਹੀ ਕਾਮਲ ਸ਼ਿਫਾ ਹੈ ਪ੍ਰਭੂ ਜੀ। ਇਹ ਲੋਕਾਂ ਦੀ ਦਇਆ ਦੀ ਕਿਰਪਾ ਕਰ, ਰਹਿਮ ਕਰ। ਉਹ ਸੱਚੇ ਦਿੰਦੇ ਪਰਮੇਸ਼ਰ ਜੀ, ਮੈਂ ਤੁਹਾਡਾ ਧੰਨਵਾਦ, ਸ਼ੁਕਰ, ਤੁਹਾਡੀ ਬੜਾਈ, ਤੁਹਾਡੀ ਮਹਿਮਾ ਕਰਦਾ। ਬਾਕੀ ਸਾਰੇ ਸਮੇਂ ਨੂੰ ਤੁਹਾਡੇ ਜ਼ੋਰਾਂ ਹੱਥਾਂ ਦੇ ਦਿੱਤਾ ਪ੍ਰਭੂ, ਆਪਣੀ ਮਰਜ਼ੀ ਨਾਲ ਲੋੜ ਦੇ ਅਨੁਸਾਰ ਚਲਾ ਪ੍ਰਭੂ। ਇੱਕ ਵਾਰ ਫਿਰ ਤੋਂ ਮੈਂ ਲੋਕਾਂ ਨੂੰ ਤੁਹਾਡੇ ਜ਼ੋਰਾਂ ਹੱਥਾਂ ਦੇਣਾ ਪ੍ਰਭੂ, ਇਹਦੇ ਦਇਆ ਦੇ ਕਿਰਪਾ ਪ੍ਰਭੂ ਜੀ। ਸੱਚਮੁੱਚ ਮੇਰੀ ਵੀ ਦਿਲੀ ਦੁਆ ਹੈ ਪ੍ਰਭੂ, ਆਉਣ ਵਾਲਾ ਸਮਾਂ ਸੱਚਮੁੱਚ ਪੂਰੀ ਦੁਨੀਆ 'ਤੇ, ਪੂਰੀ ਕਾਇਨਾਤ 'ਤੇ ਖੁਸ਼ੀਆਂ ਭਰਿਆ ਔਰ ਸੁੱਖਾਂ ਭਰਿਆ, ਰੋਗਾਂ ਤੋਂ ਰਹਿਤ ਹੋਵੇ ਪ੍ਰਭੂ ਜੀ। ਤੁਹਾਡਾ ਧੰਨਵਾਦ, ਸ਼ੁਕਰ ਕਰਦਾ। ਬੇਨਤੀ ਨੂੰ ਸੁਣੋ, ਕਬੂਲ ਕਰੋ। ਯਿਸੂ ਮਸੀਹ ਦਾ ਨਾਮ ਲੈ ਕੇ ਮੰਗਦੇ ਹਾਂ, ਆਮੀਨ। ਹਾਲੇਲੂਇਆ, ਹਾਲੇਲੂਇਆ। ਯਿਸੂ ਜੀ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਹੋਵੇ।